इस चैनल को सब्सक्राइब करें और घंटा दबाना ना भूलें। तेरे दिल के दर पर यसु खटखटाता, तेरे दिल के दर पर यसु खटखटाता। खोल दे तू दरवाजा, वो है आना चाहता। खोल दे तू दरवाजा, वो है आना चाहता। ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਵਚਨ ਦਾ ਮਨਨ ਕਰਨ ਤੋਂ ਪਹਿਲਾਂ ਅਸੀਂ ਪ੍ਰਾਰਥਨਾ ਵਿੱਚ ਜਾਵਾਂਗੇ। ਦਿਆਲੂ, ਕਿਰਪਾਲੂ, ਮਿਹਰਬਾਨ, ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰਾਜਿਆਂ ਦਾ ਰਾਜਾ ਹੈ, ਪ੍ਰਭੂਆਂ ਦਾ ਪ੍ਰਭੂ, ਸਰਬ ਸ਼ਕਤੀਮਾਨ, ਸਰਬ ਵਿਆਪੀ, ਸਰਵਗਿਆ ਪਰਮੇਸ਼ਰ ਹੈ। ਤੂੰ ਸਾਰੀ ਮਨੁੱਖ ਜਾਤੀ ਦੇ ਲਈ ਚਿੰਤਾ ਕਰਦਾ ਹੈ ਅਤੇ ਉਹਨਾਂ ਨੂੰ ਆਪਣੇ ਰਾਜ ਵਿੱਚ ਆਪਣੀ ਤੌਫੀਕ ਦੇ ਕੇ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰਨਾ ਚਾਹੁੰਦਾ। ਪਰਮੇਸ਼ਰ ਕੋਈ ਵੀ ਮਨੁੱਖ ਦੇ ਲਈ ਅੱਜ ਚਿੰਤਾ ਨਹੀਂ ਕਰਦਾ ਸਿਵਾਏ ਆਪ ਤੋਂ। ਆਪ ਦੀ ਇਸ ਚਿੰਤਾ ਦੇ ਲਈ ਧੰਨਵਾਦ ਕਰਦੇ ਹਾਂ ਜੋ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਸਾਨੂੰ ਆਪਣੇ ਵਚਨ ਦੀ ਤੌਫੀਕ ਦੇ ਕੇ ਸਾਨੂੰ ਆਪਣੇ ਰਾਜ ਵਿੱਚ ਚਲਾਉਂਦੇ। ਅੱਜ ਦੇ ਵਚਨ ਦੇ ਰਾਹੀਂ ਪਰਮੇਸ਼ਰ ਦਾ ਹਰ ਇੱਕ ਵਿਅਕਤੀ ਤੇਰੇ ਵਚਨ ਦੀ ਆਵਾਜ਼ ਨੂੰ ਸੁਣ ਕੇ ਤੇਰੇ ਨਾਮ ਦੀ ਮਹਿਮਾ, ਤੇਰੇ ਨਾਮ ਦੀ ਵਡਿਆਈ ਕਰੇ ਔਰ ਤੇਰਾ ਹੀ ਨਾਮ ਬੋਲਣ ਵਾਲੇ ਨੂੰ ਅਤੇ ਸੁਣਨ ਵਾਲੇ ਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰ, ਤਾਂ ਕਿ ਤੇਰੇ ਨਾਮ ਨੂੰ ਆਦਰ ਸਾਰਾ ਆਦਰਮਾਨ ਆਪ ਨੂੰ ਦਿੰਦੇ ਹੋਏ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਵਿੱਚ ਹੁਕਮ ਆਮੇਨ। ਪਿਆਰਿਆ ਜੀ, ਅੱਜ ਦਾ ਜੋ ਮੈਂ ਵਚਨ ਦਾ ਹਿੱਸਾ ਲਿਆ ਹੈ ਉਹ ਲਿਆ ਹੈ ਹਿਜ਼ਕੀਏਲ ਦੀ ਪੁਸਤਕ 36 ਅਧਿਆਏ ਉਸ ਦੀ 26 ਆਇਤ ਦੇ ਵਿੱਚੋਂ। ਇੱਥੇ ਲਿਖਿਆ ਹੈ, ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ, ਨਵਾਂ ਆਤਮਾ ਤੁਹਾਡੇ ਵਿੱਚ ਪਾਵਾਂਗਾ ਅਤੇ ਤੁਹਾਡੇ ਮਾਸ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਮਾਸ ਦਾ ਦਿਲ ਤੁਹਾਨੂੰ ਬਖਸ਼ਾਂਗਾ। ਹੁਣ ਇਸ ਵਚਨ ਨੂੰ ਸਮਝਣ ਤੋਂ ਪਹਿਲਾਂ ਅਸੀਂ ਇਸ ਦੀ ਪ੍ਰਿਸ਼ਠ ਭੂਮੀ ਨੂੰ ਸਮਝਣਾ ਹੈ ਔਰ ਇਸ ਦਾ ਜੋ ਮੈਂ ਵਿਸ਼ਾ ਲਿਆ ਹੈ ਉਹ ਹੈ ਪਰਮੇਸ਼ਰ ਵੱਲੋਂ ਸਰਬੱਤ ਮਨੁੱਖ ਜਾਤੀ ਦੇ ਲਈ ਨਵਾਂ ਦਿਲ ਦਿੱਤਾ ਜਾਣਾ। ਪਰਮੇਸ਼ਰ ਵੱਲੋਂ ਸਾਰੀ ਮਨੁੱਖ ਜਾਤੀ ਦੇ ਲਈ ਨਵਾਂ ਦਿਲ ਦਿੱਤਾ ਜਾਣਾ। ਪਰਮੇਸ਼ਰ ਮੇਰੇ ਅਤੇ ਆਪ ਦੇ ਬਾਰੇ ਚਿੰਤਤ ਹੈ। ਉਹ ਸਾਡੀ ਦਿਲ ਦੀ ਤਸਵੀਰ ਨੂੰ ਸਮਝਦਾ ਅਤੇ ਜਾਣਦਾ, ਉਸ ਤੋਂ ਕੁਝ ਛੁਪਿਆ ਨਹੀਂ। ਮੈਂ ਆਪ ਨੂੰ ਜ਼ਰਮਾਇਆ ਦੀ ਪੁਸਤਕ ਉਸ ਦੇ 17 ਅਧਿਆਏ ਉਸ ਦੀ 9 ਆਇਤ ਦੇ ਵਿੱਚ ਲੈ ਕੇ ਜਾਵਾਂਗਾ, ਜਿੱਥੇ ਯਰਮਾਇਆ ਦੇ ਰਾਹੀਂ ਪਰਮੇਸ਼ਵਰ ਸਾਡੇ ਦਿਲ ਦੀ ਤਸਵੀਰ ਨੂੰ ਸਾਫ਼ ਰੀਤੀ ਨਾਲ ਪ੍ਰਗਟ ਕਰਦਾ ਹੈ। ਇੱਥੇ ਲਿਖਿਆ ਹੈ, ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਉਹ ਪੁੱਜ ਕੇ ਖਰਾਬ ਹੈ, ਉਹਨੂੰ ਕੌਣ ਜਾਣ ਸਕਦਾ। ਮੈਨੂੰ ਨਹੀਂ ਪਤਾ ਤੁਹਾਡੇ ਦਿਲ ਦੇ ਵਿੱਚ ਕੀ ਹੈ। ਤੁਹਾਡੇ ਗੁਆਂਢੀ ਨੂੰ, ਤੁਹਾਡੇ ਮਾਤਾ ਪਿਤਾ ਨੂੰ, ਤੁਹਾਡੇ ਭਾਈ ਭੈਣਾਂ ਨੂੰ ਨਹੀਂ ਪਤਾ ਤੁਹਾਡੇ ਦਿਲ ਦੇ ਵਿੱਚ ਕੀ ਹੈ। ਭਲਕੇ ਤੁਸੀਂ ਹੁਣ ਸਾਫ਼ ਹੋ, ਭਲਕੇ ਤੁਸੀਂ ਉਹਨਾਂ ਦੇ ਖਿਲਾਫ। ਬਾਣੀ ਜਦੋਂ ਇਸ ਗੱਲ ਨੂੰ ਮੈਂ ਪੜ੍ਹਦਾ ਹਾਂ ਕਿ ਦਿਲ ਸਭ ਚੀਜ਼ਾਂ ਨਾਲੋਂ ਧੋਖੇਬਾਜ਼ ਹੈ, ਤਾਂ ਇੱਥੇ ਦਿਲ ਇੱਕ ਵਿਅਕਤੀ ਦੇ ਅੰਦਰੂਨੀ ਪ੍ਰਾਣੀ ਨੂੰ ਦਰਸਾਉਂਦਾ ਹੈ। ਅੰਦਰੂਨੀ ਪ੍ਰਾਣੀ ਜਿਸ ਦੇ ਵਿੱਚ ਕੀ ਹੈ, ਇੱਛਾਵਾਂ ਹੈ, ਭਾਵਨਾਵਾਂ ਹੈ ਅਤੇ ਬੁਰੇ ਵਿਚਾਰ ਸ਼ਾਮਿਲ ਹੈ। ਇਹ ਹੈ ਉਹ ਆਦਮ ਵੰਸ਼ੀਆਂ ਦੇ
ਜਿਨ੍ਹਾਂ ਨੇ ਪਰਮੇਸ਼ਰ ਦੇ ਵਿਰੋਧ ਪਾਪ ਕੀਤਾ ਅਤੇ ਉਲੰਘਣਾ ਦੇ ਵਿੱਚ ਹੁਣ ਤੱਕ ਚੱਲਦੇ ਆ ਰਹੇ ਆ। ਉਹਨਾਂ ਦੇ ਜੀਵਨ ਦੇ ਵਿੱਚ ਬੁਰੀਆਂ ਇੱਛਾਵਾਂ, ਬੁਰੀਆਂ ਭਾਵਨਾਵਾਂ ਅਤੇ ਬੁਰੇ ਵਿਚਾਰ ਸ਼ਾਮਿਲ ਹੈ। ਔਰ ਅਸੀਂ ਇਹ ਦੇਖਦੇ ਹਾਂ ਅਜਿਹੇ ਫਲਸਫੇ, ਦ੍ਰਿਸ਼ਟੀਕੋਣ ਜੋ ਉੱਤਮ ਮਨੁੱਖੀ ਮੂਲ ਕੋਸ਼ਿਸ਼ਾਂ ਦੀ ਪ੍ਰਾਪਤੀ ਉੱਤੇ ਟਿਕਦੇ ਹਨ, ਉਹਦੇ ਵਿਪਰੀਤ ਮਨੁੱਖੀ ਸੁਭਾਅ ਲਾਜ਼ਮੀ ਤੌਰ ਤੇ ਚੰਗਾ ਨਹੀਂ ਹੈ। ਅੱਜ ਮੈਂ ਇੱਕ ਭਾਈ ਦੇ ਨਾਲ ਗੱਲ ਕਰ ਰਿਹਾ ਸੀ। ਉਸਨੇ ਦੱਸਿਆ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਹਾਰਟ, ਸ਼ੂਗਰ ਤੇ ਪੇਸ਼ੈਂਟ ਬਹੁਤ ਵੱਧ ਗਏ। ਹਾਰਟ ਦੇ ਵਿੱਚ ਹਾਰਟ ਅਟੈਕ ਕਿਉਂ ਆਉਂਦਾ? ਜਦੋਂ ਗੰਦਗੀ ਜਮ੍ਹਾਂ ਹੋ ਜਾਂਦੀ ਹੈ, ਖੂਨ ਦਾ ਸਰਕੂਲੇਸ਼ਨ ਚੱਲਣਾ ਬੰਦ ਹੋ ਜਾਂਦਾ ਹੈ, ਪਾਈਪਾਂ ਦੇ ਵਿੱਚ ਗੰਦਗੀ ਜੰਮ ਜਾਂਦੀ ਹੈ ਹਾਰਟ ਦੀਆਂ ਨਾੜੀਆਂ ਦੇ ਵਿੱਚ, ਜਿਸ ਦੇ ਵਿੱਚ ਬਾਈਪਾਸ ਦੇ ਵਿੱਚ ਇੱਕ ਅਜਿਹਾ ਨੱਟ ਲਾਇਆ ਜਾਂਦਾ ਜਿਹੜਾ ਅੰਦਰੋਂ ਉਸ ਪਾਈਪ ਨੂੰ ਖੋਲ੍ਹ ਦਿੰਦਾ ਹੈ ਤੇ ਬਲੱਡ ਸਰਕੂਲੇਸ਼ਨ ਫਲੋ ਹੋ ਜਾਂਦਾ। ਗੰਦਾ ਖੂਨ ਅਤੇ ਗੰਦਗੀ ਜਦੋਂ ਪਾਈਪਾਂ ਦੇ ਵਿੱਚ ਜੰਮ ਜਾਂਦੀ ਹੈ ਤਾਂ ਹਾਰਟ ਅਟੈਕ ਹੁੰਦਾ ਹੈ। ਤੇ ਮਨੁੱਖ ਦੇ ਵਿੱਚ ਮੌਤ ਕਦੋਂ ਆਉਂਦੀ ਹੈ? ਜਦੋਂ ਪਾਪ ਵੱਧਦਾ ਜਾਂਦਾ ਹੈ, ਕਿਉਂਕਿ ਮਨੁੱਖ ਦਾ ਦਿਲ ਚੰਗਾ ਹੈ ਹੀ ਨਹੀਂ। ਜੇਕਰ ਦਿਲ ਪਰਮੇਸ਼ਰ ਦੇ ਦਿਲ ਨਾਲ ਸੰਗਤੀ ਵਿੱਚ ਨਹੀਂ ਹੈ ਤਾਂ ਉਹ ਤੁਹਾਡੀ ਸੁਣਨੀ ਵੀ ਨਹੀਂ ਜਾਏਗਾ, ਉਹ ਸੁਣੇਗਾ ਨਹੀਂ ਤੁਹਾਡੀ, ਕਿਉਂਕਿ ਦਿਲ ਪੁੱਜ ਕੇ ਖਰਾ। ਬਾਈਬਲ ਬਾਣੀ ਦੇ ਵਿੱਚ ਯਾਕੂਬ ਕਹਿੰਦਾ ਇੱਕ ਮੂੰਹ ਦੇ ਨਾਲ ਤੁਸੀਂ ਉਹਦੀ ਤਾਰੀਫ ਕਰਦੇ ਹੋ, ਇਸੇ ਮੂੰਹ ਦੇ ਨਾਲ ਤੁਸੀਂ ਉਹਦੀ ਬੁਰਾਈ ਕਰਦੇ ਹੋ। ਇਹਦਾ ਮਤਲਬ ਦਿਲ ਦੇ ਵਿੱਚ ਸਫਾਈ ਨਹੀਂ। ਪ੍ਰਭੂ ਯਿਸੂ ਮਸੀਹ ਨੇ ਵੀ ਇਸ ਦਿਲ ਬਾਰੇ ਮਰਕੁਸ ਦੀ ਅੰਜੀਲ ਜਦੋਂ ਉਸ ਦਾ ਅਸੀਂ 7 ਅਧਿਆਏ ਉਸ ਦੀ 21 ਤੋਂ ਲੈ ਕੇ 23 ਆਇਤਾਂ ਤੱਕ ਪੜ੍ਹਦੇ ਹਾਂ ਤਾਂ ਉੱਥੇ ਪ੍ਰਭੂ ਯਿਸੂ ਮਸੀਹ ਵੀ ਕਹਿੰਦੇ ਆ ਜੋ ਤੁਹਾਡੇ ਦਿਲ ਵਿੱਚ ਹੈ। ਦਿਲ ਵਿੱਚ ਕੀ ਹੈ? ਬੁਰੀਆਂ ਗੱਲਾਂ, ਜਨਾ, ਇਹ ਸਭ ਗੱਲਾਂ ਕਿੱਥੇ ਹੈ? ਮਨੁੱਖ ਦੇ ਅੰਦਰ। ਬਾਈਬਲ ਬਾਣੀ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਇਸ ਗੱਲ ਦੇ ਪ੍ਰਤੀ ਕਹਿੰਦਾ ਹੈ ਚੋਰੀਆਂ, ਖੂਨ, ਜਨਾਕਾਰੀਆਂ, ਲੋਭ, ਬਦੀਆਂ, ਛਲ, ਮਸਤੀ, ਬੁਰੀ ਨਜ਼ਰ, ਕੁਫਰ, ਹੰਕਾਰ, ਮੂਰਖਤਾਈ ਨਿਕਲਦੀ। ਇਹ ਸਾਰੀਆਂ ਗੱਲਾਂ ਅੰਦਰੋਂ ਨਿਕਲਦੀਆਂ ਤੇ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਮੇਰੇ ਪਿਆਰੇ ਅਸੀਸ, ਇਹ ਦਿਲ ਪਰਮੇਸ਼ਰ ਦਾ ਦਾਸ ਜ਼ਰਮਿਆ ਨਬੀ ਕਹਿੰਦਾ ਪੁੱਜ ਕੇ ਖਰਾਬ ਹੈ। ਕਿਉਂ ਪੁੱਜ ਕੇ ਖਰਾਬ? ਉਹਨੇ ਕਿਹਾ ਕਿਉਂਕਿ ਰਾਜਾ ਆਹਾਬ ਦੇ ਸਮੇਂ ਵਿੱਚ ਲੋਕਾਂ ਨੇ ਪਰਮੇਸ਼ਰ ਦੀ, ਸੱਚੇ ਪਰਮੇਸ਼ਰ ਦੀ ਬੰਦਗੀ ਬੰਦ ਕਰ ਦਿੱਤੀ ਸੀ ਅਤੇ ਉਹਨਾਂ ਨੇ ਰਾਣੀ ਐਲਿਜ਼ਬeth ਦੇ ਨਾਲ ਬਾਲ ਦੀ ਪੂਜਾ ਸ਼ੁਰੂ ਕਰ ਦਿੱਤੀ, ਮੂਰਤੀ ਪੂਜਾ ਸ਼ੁਰੂ ਕਰ ਦਿੱਤੀ। ਪਰਮੇਸ਼ਰ ਦੇ ਲੋਕਾਂ ਨੇ, ਜੋ ਪਰਮੇਸ਼ਰ ਦੀ ਚੁਣੀ ਹੋਈ ਕੌਮ ਸੀ, ਜਿਨ੍ਹਾਂ ਦਾ ਰਾਜਾ ਪਰਮੇਸ਼ਰ ਸੀ, ਉਹਨਾਂ ਨੇ ਜਾਣਦੇ ਹੋਏ ਵੀ ਜ਼ਿੰਦੇ ਪਰਮੇਸ਼ਰ ਦੀ ਉਪਾਸਨਾ ਬੰਦ ਕਰ ਦਿੱਤੀ। ਇਸ ਕਰਕੇ ਜ਼ਰਮਾਇਆ ਨੂੰ ਕਹਿਣਾ ਪਿਆ ਦਿਲ ਪੁੱਜ ਕੇ ਖਰਾਬ। ਤੇ ਦਿਲ ਸਹੀ ਕਿਵੇਂ ਹੋ ਸਕਦਾ ਹੈ? ਇਸ ਦਿਲ ਦੇ ਵਿੱਚ ਸੱਚਾਈ ਕਿਵੇਂ ਆ ਸਕਦੀ ਹੈ? ਮੈਂ ਉਹ ਵੀ ਆਪ ਨੂੰ ਪਰਮੇਸ਼ਰ ਦੇ ਵਚਨ ਦੇ ਵਿੱਚੋਂ, ਜਿਸ ਦੇ ਬਾਰੇ ਪਰਮੇਸ਼ਰ ਦੇ ਦਾਸ ਨੇ, ਮੈਂ ਤੁਹਾਡੇ ਵਿੱਚ ਨਵਾਂ ਦਿਲ ਦਿਆਂਗਾ, ਨਵਾਂ ਦਿਲ ਪਾਵਾਂਗਾ। ਇਹ ਜਿਹੜਾ ਹੈ, ਇਹ ਦਿਲ ਜਿਹੜਾ ਬੁਰਾਈ ਦੇ ਨਾਲ ਹੈ, ਇਹ ਸਾਨੂੰ ਕਿੱਧਰ ਲੈ ਕੇ ਜਾ ਰਿਹਾ ਹੈ? ਕਿਸ ਵੱਲ ਲੈ ਕੇ ਜਾ ਰਿਹਾ? ਵਿਨਾਸ਼ ਵੱਲ।
ਜਦੋਂ ਅਸੀਂ ਕਹਾਵਤਾਂ ਦੀ ਪੁਸਤਕ ਉਸ ਦਾ ਅਸੀਂ 14 ਦਾ 12 ਪੜ੍ਹਦੇ ਹਾਂ ਤਾਂ ਉਸ ਵਿੱਚ ਇਹ ਗੱਲ ਬੜੀ ਸਾਫ਼ ਰੀਤੀ ਨਾਲ ਨਜ਼ਰ ਆਉਂਦੀ ਹੈ। ਮੈਂ ਆਪ ਦੇ ਲਈ ਪੜ੍ਹ ਰਿਹਾ ਹਾਂ 14 ਦਾ 12। ਇੱਥੇ ਲਿਖਿਆ ਹੈ ਅਜਿਹਾ ਰਾਹ ਵੀ ਹੈ ਜੋ ਮਨੁੱਖ ਨੂੰ ਸਿੱਧਾ ਜਪਦਾ ਹੈ, ਪਰ ਉਹਦੇ ਅੰਤ ਵਿੱਚ ਮੌਤ ਦਾ ਰਾਹ ਹੈ। ਇਹ ਮੌਤ ਦਾ ਰਾਹ ਉਹ ਹੈ ਜਿਹੜਾ ਪਰਮੇਸ਼ਰ ਨੂੰ ਜਾਣਦੇ ਹੋਏ ਬੁਰਾਈ ਨੂੰ ਫੜ ਲੈਣਾ। ਭਾਵ ਜ਼ਿੰਦਾ ਮਤਲਬ ਮੇਰਾ ਕਹਿਣ ਦਾ ਮੈਂ ਆਪ ਨੂੰ ਸਮਝਾ ਦੇਵਾਂ, ਕਈ ਬੱਚੇ ਆਪਣੇ ਮਾਂ-ਬਾਪ ਨੂੰ ਛੱਡ ਕੇ ਦੂਸਰੇ ਦੇ ਮਾਂ-ਬਾਪ ਨੂੰ ਕਹਿੰਦੇ ਆ ਮੇਰੇ ਮਾਂ-ਬਾਪ, ਇਹ ਮੇਰਾ ਡੈਡੀ ਹੈ, ਇਹ ਮੇਰਾ ਮੰਮੀ ਹੈ। ਪਿਆਰੋ, ਜੋ ਸਥਾਨ ਤੁਹਾਡੇ ਲਈ ਪਰਮੇਸ਼ਰ ਲੈ ਸਕਦਾ ਹੈ ਉਹ ਇਸ ਦੁਨੀਆ ਦਾ ਕੋਈ ਵੀ ਮਨੁੱਖ ਨਹੀਂ ਲੈ ਸਕਦਾ। ਨਥਿੰਗ ਐਲਸ। ਚਾਹੇ ਉਹ ਤੁਹਾਡੇ ਲਈ ਕੁਝ ਵੀ ਕਰਦਾ ਹੋਵੇ, ਇਹ ਮੇਰਾ ਵਿਅਕਤੀਗਤ ਐਕਸਪੀਰੀਅੰਸ ਹੈ। ਪਰਮੇਸ਼ਰ ਕਹਿੰਦਾ ਹੈ ਯਸ਼ਾਇਆ ਦੀ ਪੁਸਤਕ 49 ਅਧਿਆਏ ਦੇ ਵਿੱਚ, ਇੱਕ ਮਾਂ ਆਪਣੇ ਦੁੱਧ ਚੁੰਘਦੇ ਬੱਚੇ ਨੂੰ ਭੁੱਲ ਸਕਦੀ ਹੈ, ਪਰ ਮੈਂ ਤੁਹਾਨੂੰ ਕਦੇ ਨਾ ਭੁੱਲਾਂਗਾ। ਕਿੰਨਾ ਵੱਡਾ ਪਰਮੇਸ਼ਰ ਹੈ। ਉਸ ਪਰਮੇਸ਼ਰ ਦੇ ਉੱਤੇ ਫੇਥ ਰੱਖੋ। ਬਾਣੀ ਦੇ ਵਿੱਚ ਲਿਖਿਆ ਹੈ ਜਿਹਦੇ ਉੱਤੇ ਭਰੋਸਾ ਕਰਦਾ ਹੈ ਮਨੁੱਖ ਦੇ ਉੱਤੇ ਜ਼ਿਆਦਾ ਭਰੋਸਾ ਕਰਦਾ ਹੈ ਤਾਂ ਉੱਥੋਂ ਹੀ ਮਾਰ ਖਾਂਦਾ ਹੈ। ਮੇਰੇ ਪਿਆਰੇ ਅਸੀਸ, ਪਰਮੇਸ਼ਵਰ ਦੇ ਲਈ, ਪਰਮੇਸ਼ਵਰ ਦੇ ਦਿਲ ਦੇ ਵਿਚਾਰ ਦੇ ਅਨੁਸਾਰ ਆਪਣੇ ਜੀਵਨ ਨੂੰ ਨਵਾਂ ਬਣਾਉਣ ਦੀ ਕੋਸ਼ਿਸ਼ ਕਰੋ। ਪਰਮੇਸ਼ਵਰ ਮੇਰੇ ਜੀਵਨ ਦੇ ਵਿੱਚ ਮੇਰੇ ਦਿਲ ਨੂੰ ਬਦਲਣ ਦਾ ਇੰਤਜ਼ਾਮ ਕਰ ਰਿਹਾ ਹੈ। ਜਦੋਂ ਮੈਂ 36 ਦਾ 26 ਅਤੇ ਮੈਂ ਤੁਹਾਨੂੰ ਨਵਾਂ ਦਿਲ ਦਿਆਂਗਾ। ਪੁਰਾਣੇ ਦਿਲ ਨੂੰ ਪਰਮੇਸ਼ਵਰ ਜਾਣਦਾ ਹੈ। ਕੋਈ ਇਸ ਦੁਨੀਆ ਦੇ ਵਿੱਚ ਨਾ ਕੋਈ ਮਨੁੱਖ, ਨਾ ਕੋਈ ਵਿਗਿਆਨਕ, ਨਾ ਕੋਈ ਆਪਣਾ ਬਹੁਤ ਵੱਡਾ ਦਾਰਸ਼ਨਿਕ ਸਾਡੇ ਦਿਲ ਨੂੰ ਨਹੀਂ ਬਦਲ ਸਕਦਾ ਹੈ ਸਿਵਾਏ ਪਰਮੇਸ਼ਵਰ ਤੋਂ। ਉਹੀ ਹੈ ਜੋ ਸਾਡੇ ਗੰਦੇ ਦਿਲ ਨੂੰ ਟ੍ਰਾਂਸਪਲਾਂਟ ਕਰ ਸਕਦਾ ਹੈ ਆਪਣੇ ਜੀਵਨ ਦੇ ਰਾਹੀਂ। ਔਰ ਉਹ ਟ੍ਰਾਂਸਪਲਾਂਟ ਇਹੋ ਜਿਹਾ ਕਰਦਾ ਹੈ ਜਿਹੜਾ ਹਮੇਸ਼ਾ ਦਾ ਹੈ, ਇੱਕ ਦਿਨ ਦਾ ਨਹੀਂ। ਉਸੇ ਲਈ ਉਹ ਮੇਰੇ ਜੀਵਨ ਨੂੰ ਬਦਲਦਾ ਹੈ। ਇਸ ਜੀਵਨ ਨੂੰ ਬਦਲਣ ਦੇ ਲਈ ਪਰਮੇਸ਼ਵਰ ਨੇ ਮੇਰੇ ਲਈ ਇੰਤਜ਼ਾਮ ਕੀਤਾ ਹੈ, ਆਪਣੇ ਪਿਆਰੇ ਪੁੱਤਰ ਨੂੰ ਮੇਰੇ ਲਈ ਦਿੱਤਾ। ਉਹ ਕਹਿੰਦਾ ਆਪਣਾ ਦਿਲ ਮੈਨੂੰ ਦੇ ਦਿਓ ਅਤੇ ਮੇਰਾ ਦਿਲ ਤੁਸੀਂ ਲੈ ਲਓ, ਜਿਹੜਾ ਪਵਿੱਤਰ ਹੈ, ਜਿਹੜਾ ਸ਼ੁੱਧ ਹੈ, ਜਿਹੜਾ ਆਦਰਯੋਗ ਹੈ, ਜਿਹੜਾ ਮਹਿਮਾਯੋਗ ਹੈ, ਜਿਹੜਾ ਭਲਾਈ ਕਰਨ ਵਾਲਾ ਹੈ, ਜਿਹੜਾ ਦਰਦੀ ਹੈ। ਉਹ ਦਿਲ ਜਿਹੜਾ ਮੈਂ ਲੈ ਕੇ ਆਇਆ ਹਾਂ, ਜਿਹੜਾ ਮੈਂ ਤੁਹਾਨੂੰ ਦੇ ਰਿਹਾ, ਉਹ ਤੁਸੀਂ ਲੈ ਲਓ। ਉਹ ਮਿਲਣਾ ਕਿੱਦਾਂ ਹੈ? ਪਰਮੇਸ਼ਵਰ ਨੇ ਮੇਰੇ ਲਈ ਆਪਣੇ ਪਿਆਰੇ ਪੁੱਤਰ ਨੂੰ ਇਸ ਦਿਲ ਨੂੰ ਟ੍ਰਾਂਸਪਲਾਂਟ ਕਰਨ ਦੇ ਲਈ ਸਰਗ ਤੋਂ ਆਪਣੇ ਪਿਆਰੇ ਪੁੱਤਰ ਨੂੰ ਇਸ ਧਰਤੀ ਦੇ ਉੱਤੇ ਕੱਢਿਆ। ਕਿਹਦੇ ਲਈ? ਸਰਵਤ ਮਨੁੱਖ ਜਾਤੀ ਦੇ ਲਈ। ਕਿਉਂਕਿ ਬਾਈਬਲ ਦੇ ਵਿੱਚ ਸਾਫ਼ ਤੌਰ ਤੇ ਲਿਖਿਆ ਹੈ ਦਿਲ ਸਭ ਨਾਲੋਂ ਪੁੱਜ ਕੇ ਖਰਾਬ। ਇਹਦਾ ਮਤਲਬ ਸਭਨਾਂ ਦੇ ਵਿੱਚ ਪਾਪ ਹੈ। ਕੋਈ ਧਰਮੀ ਨਹੀਂ, ਇੱਕ ਵੀ ਧਰਮੀ ਨਹੀਂ। ਤੇ ਜੇ ਕੋਈ ਧਰਮੀ ਨਹੀਂ, ਇਹਦਾ ਮਤਲਬ ਸਭ ਦੇ ਦਿਲ ਖਰਾਬ। ਉਹਨਾਂ ਦਿਲਾਂ ਨੂੰ ਬਦਲ ਕੌਣ ਸਕਦਾ ਹੈ? ਮਾਤਰ ਇੱਕੋ ਹੀ ਪ੍ਰਭੂ ਯਿਸੂ ਮਸੀਹ। ਕਹਿੰਦਾ ਹੈ ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਇੱਕੋ ਹੀ ਨਾਮ ਦਿੱਤਾ ਗਿਆ ਹੈ ਜਿਹੜਾ ਸਾਡੇ ਜੀਵਨ ਨੂੰ ਬਦਲ ਸਕਦਾ ਹੈ, ਸਾਡੇ ਦਿਲ ਨੂੰ ਬਦਲ ਸਕਦਾ ਹੈ, ਸਾਡੇ ਸੁਭਾਅ ਨੂੰ ਬਦਲ ਸਕਦਾ ਹੈ, ਸਾਡੇ ਚਾਲ ਚਲਨ ਨੂੰ ਬਦਲ ਸਕਦਾ ਹੈ। ਉਹ ਹੈ ਪ੍ਰਭੂ ਯਿਸੂ। ਉਹ ਪਰਮੇਸ਼ਵਰ ਨੇ ਮੇਰੇ ਲਈ ਅੱਜ ਤੋਂ 2022 ਸਾਲ ਪਹਿਲਾਂ ਕਾਲਵਰੀ
ਕਾਲਵਰੀ क्रूस के उत्ते दे दिता। और उसने जदों दे दिता तो उसने क्या पूरा होया। इहदा मतलब जो मेरे दिल नूं बदलण वाला काम सी कालवरी क्रूस के उत्ते पूरा होया। क्यों? वो मेमने दी नाई वध किया गया। क्यों वध किया गया? मेरे पापां दे लई, मेरी बुराई दे लई, मेरियां वधियां दे लई वध किया गया। असां उस दे उत्ते अपना बोझ सुट दिता, पाप दा भार उस ते सुट दिता। वो मारिया गया, दफन किया गया अते तीजे दिहाड़े इसे गल नूं यूहन्ना दी अंजील जदों असीं उस दा 3 अध्याय 3 ਤੋਂ 8 तक पढ़ते हाँ तो वह नवें जन्म के अनुभव बारे भाव मुक्ति के अनुभव बारे मैनूं दसदा है। की कहता है? जदों यूहन्ना दी अंजील 3 ਦਾ 3 पढ़ते, जे तुसी परमेश्वर दे राज विच पढ़ना है तो तुहानूं नवें सिरों जन्म लेना। जे तुसी नवें सिरों जन्म नहीं लिया तो तुसी परमेश्वर दे राज नूं देख नहीं सकते। 3 ਦਾ 5 ਦੇ ਵਿੱਚ कहता, जे तुसी जल ते आत्मा तो नहीं जमे तो परमेश्वर दे राज विच बढ़ नहीं सकते, देख नहीं सकते, बढ़ नहीं सकते। इसदा मतलब है प्रभु यीशु मसीह जो परमेश्वर ने मेरे लिए उसके राही दिल बदलने वाला काम किया है, मैं निचा नहीं करता तो मेरा जीवन बदल नहीं सकता। और मेरा जीवन इस वचन दे नाल बदलिया गया। की कहता है? जदों पहला पतरस उसका 1 अध्याय उसकी 23 आयत नूं मैं आप दे लई पढ़ना। पहला पतरस 1 अध्याय उसकी 23 आयत इत्थे लिखिया है, नवें जन्म के बारे ਉਹਦੇ ਵਿੱਚ बड़ा स्पष्टता नाल लिखिया। कहता क्यों जो तुसी नाशवान तुखम तो नहीं सगो अविनाशी। अविनाशी कौन है? परमेश्वर पुत्र मुर्दियां विचों जी उठिया, अज भी जिंदा परमेश्वर के सज्जे हथ विराजमान, मेरे अते आप दे लई सिफारिश करने चाहुंदा है। इत्थे कहता है अविनाशी तो परमेश्वर दे वचन राही जिहड़ा जिउंदा ते स्थिर है नवें सिरों जन्म पाया। नवें सिरों जन्म पाया। जब तक ये नवा जन्म मेरे जीवन दे विच नहीं हुंदा उदों तक मेरे विच मास दा दिल नहीं आंदा। पत्थर दा दिल प्रभु उदों कढ़ दिंदा है जदों मैं उस उत्ते नीचा करदा। वो पत्थर दा दिल कढ़ के अपना दिल मेरे विच पा दिंदा। वो दिल पवित्र है, वो दिल सच्चा है, वो दिल आदर दे योग है, वो दिल महिमा दे योग है, वो दिल वडियाई दे योग है। वो मैनू मिल जाता है जदों मैं प्रभु यीशु मसीह विच नीचा करता। इसे करके इत्थे लिखिया कहता है अते मैं तुहानू नवा दिल देंगा। नवा दिल हुण वो दे चुका है 2022 साल पहला कि मैं उस दिल नू प्राप्त करना चाहता हाँ जो पवित्र है, जो सच्चा है, जो हमेशा तक परमेश्वर की इबादत करने वाला है। जे तुसी उस दिल नू प्राप्त करना चाहते हो, जे उस दिल नू अपने दिल विच लेना चाहते हो तो मेरे प्यारे अजीज अज ही अपने जीवन नू प्रभु यीशु मसीह दे सुपुर्द कर दिओ, अर्पित कर दिओ। तो तुहाडे इस पत्थर दिल नू, इस बुरे दिल नू कढ़ के वो पवित्र दिल जो मसीह यीशु दा है, जो सच्चा दिल जो प्रभु यीशु मसीह दा है, जो आदर अते महिमा दे योग दिल वो परमेश्वर पुत्र प्रभु यीशु वो साडे विच पा दे अते वो साडे नाल इस युग दे अंत तक युगान युग साडे विच राज करे। फिर मैं आखांगा हुण मैं जिंदा नहीं, मेरे विच मसीह जिंदा है जिसने अपना दिल मेरे विच पा दिता है। हुण मैं जिंदा नहीं, मेरे विच मसीह जिंदा है जिन्हें मेरे नाल प्यार किया ते अपने आप नू मेरे लिए दे दिता। गलातियां 2:20
मेरे प्यारे असीस, परमेश्वर ने नवा दिन मैनू दे दिता है। मैं तो उस दिन नू प्राप्त कर लिया है। जे तुसी उस दिन नू प्राप्त करना चाहते हो, जे तुसी उस दिल दे राही परमेश्वर की वडियाई करना चाहते हो, जे तुसी उस दिल दे राही हमेशा दे जीवन दे विच परमेश्वर नाल राज करना चाहते हो, तां अज अपने इस मूँह दे नाल उस नू स्वीकार करके, दिल दे विच विश्वास करके उस नू प्राप्त कर सकते हो। प्रभु आप नू नवा दिल प्राप्त करन दे लई मदद करे। जिन्हां ने प्राप्त कर लिया है उन्हां नू उस जिउंदी आस वल वधण दे लई परमेश्वर इस नवे दिल दे नाल उन्हां दी मदद करे। जय मसीह दी। मारा नाम।